ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ 7ਵੇਂ ਭਾਗ ਅੰਦਰ ਅੰਤਕਾ ਪੇਸ਼ ਕਰ ਰਿਹਾ ਹਾਂ, ਜਿਸ ਦੇ 2 ਭਾਗ ਹੋਣਗੇ। ਕਿਉਂਕਿ ਇੰਦਰ ਸਿੰਘ ਘੱਗੇ ਨੇ ਮਾਨਯੋਗ ਮਸਕੀਨ ਜੀ ਨੂੰ ਦੋਖ ਦ੍ਰਿਸ਼ਟੀ ਵੱਸ ਹੋਇਆਂ ਉੱਤੋਂ ਸੁਣਿਆ ਤੇ ਉੱਤੋਂ ਵੇਖਿਆ ਸੀ। ਇਸ ਕਰਕੇ ਇਹ ਸਮੁੰਦਰ ਦੇ ਕੰਢੇ ਫਿਰਨ ਵਾਲਿਆਂ ਵਾਂਗ, ਜੋ ਸਿਰਫ ਘੋਗੇ ਸਿੱਪੀਆਂ ਹੀ ਲੱਭਦੇ ਫਿਰਦੇ ਹਨ ਤੇ ਉਹਨਾਂ ਨੂੰ ਹੀ ਬਹੁਤ ਮਹਾਨ ਦੁਰਲੱਭ ਚੀਜ਼ਾਂ ਤੇ ਖਜ਼ਾਨਾ ਸਮਝ ਲੈਂਦੇ ਹਨ, ਉਹਨਾਂ ਵਾਂਗ ਹੀ ਇਹ ਨਕਮੀਆਂ ਗੱਲਾਂ ਵਿੱਚ ਪਿਆ ਰਿਹਾ ਤੇ ਮਸਕੀਨ ਜੀ ਨੂੰ ਸਮਝਣੋਂ ਅਸਮਰੱਥ ਰਿਹਾ। ਪਰ ਜਿਨ੍ਹਾਂ ਵਿਦਵਾਨਾਂ, ਡਾਕਟਰਾਂ, ਪ੍ਰੋਫੈਸਰਾਂ, ਧਰਮ ਚਿੰਤਕਾਂ, ਬੁੱਧੀਜੀਵੀਆਂ ਤੇ ਗੁਰਬਾਣੀ ਦੇ ਮਹਾਨ ਅਨੁਭਵੀ ਗੁਰਮੁਖਾਂ ਨੇ ਮਸਕੀਨ ਜੀ ਨੂੰ ਸਮੁੰਦਰ ਵਿੱਚ ਗਹਿਰੇ ਉਤਰ ਕੇ ਹੀਰੇ ਮੋਤੀ ਲੱਭਣ ਵਾਲਿਆਂ ਵਾਂਗ ਨੇੜੇ ਹੋ ਕੇ ਗਹਿਰਾਈਆਂ ਤੋਂ ਵੇਖਿਆ, ਤਾਂ ਉਹਨਾਂ ਨੇ ਮਸਕੀਨ ਜੀ ਦੇ ਬਾਰੇ ਜੋ ਉਸ ਸਮੇਂ ਲਿਖਿਆ ਹੈ ਉਹ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਿਹਾ। ਪੰਥ ਪ੍ਰਸਿੱਧ ਵਿਦਵਾਨ ਤੇ ਮੰਝੇ ਹੋਏ ਮਹਾਨ ਕਥਾਵਾਚਕ ਗਿਆਨੀ ਦਲੀਪ ਸਿੰਘ ਦਰਦੀ ਜੀ ਮਸਕੀਨ ਜੀ ਬਾਰੇ ਲਿਖਦੇ ਹਨ: ਦਿਲ ਦੇ ਸ਼ਾਹ, ਮਨ ਦੇ ਮਸਕੀਨ, ਮਾਲਕ ਲਈ ਮਾਨ, ਮਨੁੱਖਤਾ ਲਈ ਦਰਦ, ਮਿਕਨਾਤੀਸੀ ਸ਼ਖਸੀਅਤ, ਮਿੱਤਰਾਂ ਦੇ ਮਿੱਤਰ, ਸੋਚ ਦੇ ਸਾਗਰ, ਹਲੀਮੀ ਵਿੱਚ ਹਿਮਾਲਾ, ਵਕਾਰਾਂ ਤੇ ਵਜਈ, ਬਚਨ ਅੰਮ੍ਰਿਤਮਈ, ਸਭ ਧਰਮਾਂ ਦੀ ਧਿਰ, ਗੁਰਮਤ ਲਈ ਗੌਰਵ, ਦੁਸ਼ਟਾਂ ਲਈ ਝੜਪ, ਗੁਰੂ ਪੰਥ ਲਈ ਤੜਪ, ਹੰਗਤਾ ਨਹੀਂ, ਕਰੋਧ ਨਹੀਂ, ਵਿਰੋਧੀ ਲਈ ਵੀ ਵਿਰੋਧ ਨਹੀਂ, ਚੰਗੇ ਵਿਚਾਰਾਂ ਨੂੰ ਪਾਣੀ ਵਿੱਚ ਰੇਤ ਵਾਂਗ ਅਟਕਾਉਣ ਵਾਲੇ ਤੇ ਮਾੜੇ ਫੁਰਨਿਆਂ ਨੂੰ ਥਿੰਦੇ ਘੜੇ ਤੋਂ ਪਾਣੀ ਵਾਂਗ ਤਿਲਕਾਉਣ ਵਾਲੇ, ਨਿਰਛਲ ਤੇ ਨਰੋਈ ਆਤਮਾ, ਨਿਧੜਕ ਵਕਤਾ, ਇਲਮ ਵਿੱਚ ਅਮਲ, ਬੋਲਾਂ ਵਿੱਚ ਬਰਕਤ ਤੇ ਕਦਮਾਂ ਵਿੱਚ ਕ੍ਰਾਂਤੀ, ਇਹ ਨੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਚਰਿੱਤਰ ਦਰਸ਼ਨ। ਇਸ ਤੋਂ ਅੱਗੇ ਡਾਕਟਰ ਹਿੰਮਤ ਸਿੰਘ ਪਟਿਆਲਾ ਵਾਲੇ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਪ੍ਰੋਫੈਸਰ ਹਨ, ਉਹਨਾਂ ਨੇ ਜੋ ਮਸਕੀਨ ਜੀ ਬਾਰੇ ਲਿਖਿਆ ਉਹ ਇਸ ਤਰ੍ਹਾਂ ਹੈ: ਨਾਨਕ ਪੰਥ ਦੀ ਸੰਸਥਾ ਖਾਲਸਾ ਪੰਥ ਦੇ ਰੂਪ ਵਿੱਚ ਸਿਖਰ ਉੱਤੇ ਪੁੱਜੀ। ਖਾਲਸਾ ਪੰਥ ਦੀ ਮਰਿਆਦਾ ਨੇ ਅਕਾਲ ਤਖ਼ਤ ਸਾਹਿਬ ਦੀ ਪ੍ਰਤੀਬੱਧਤਾ ਨੂੰ ਪੰਥਕ ਸੰਸਥਾ ਦੀ ਪ੍ਰਤੀਬੱਧਤਾ ਵਿੱਚ ਢਾਲ ਦਿੱਤਾ। ਗਿਆਨੀ ਸੰਤ ਸਿੰਘ ਮਸਕੀਨ ਇੱਕ ਸ਼ਖਸੀਅਤ ਅਤੇ ਵਿਅਕਤੀ ਤੋਂ ਟੱਪ ਕੇ ਇੱਕ ਸੁਚੇਤ ਪਹਿਰੇਦਾਰ ਸ਼ਬਦ ਵਿਚਾਰ ਸੰਸਥਾ ਦੇ ਸੇਵਕ ਬਣ ਚੁੱਕੇ ਸਨ। 20ਵੀਂ ਸਦੀ ਦੇ ਸਿੱਖ ਜਗਤ ਦਾ ਆਖਰੀ ਚੌਥਾਈ ਦੌਰਾਨ ਉਹਨਾਂ ਦੇ ਇਸ ਸੰਸਥਾਗਤ ਬਿੰਬ ਵਿੱਚ ਨਿਸ਼ਚੈ ਹੀ ਪ੍ਰਿਥੀ ਚੰਦੀਏ ਦਾਅਵੇਦਾਰ ਮੀਣੇ ਵੀ ਉੱਭਰੇ ਹੋਣਗੇ, ਪਰ ਇੱਕ ਆਮ ਜਿਗਿਆਸੂ ਲਈ ਮਸਕੀਨ ਜੀ ਸਿੱਖ ਕੌਮ ਦਾ ਇੱਕ ਬੇਸ਼ਕੀਮਤੀ ਹੀਰਾ ਸਨ, ਜਿਨ੍ਹਾਂ ਨੇ ਨਾਮ ਬਾਣੀ ਦੀ ਕਮਾਈ ਅਤੇ ਸ਼ਬਦ ਨੂੰ ਸਾਧਿਆ ਸੀ। ਇਸ ਅੰਤਰੀਵੀ ਗਿਆਨ ਪ੍ਰਗਿਆਨ ਦੇ ਹੀਰੇ ਦੀ ਲਿਸ਼ਕ ਕਦਰਦਾਨ ਜੌਹਰੀਆਂ ਨੇ ਪਛਾਣ ਲਈ ਸੀ। ਗੁਪਤ ਰੂਪ ਵਿੱਚ ਗੁਰਜੋਤ ਜੁਗਤ ਨਾਲ ਜੁੜਿਆ ਗੁਰੂ ਖਾਲਸਾ ਦੂਰੋਂ ਹੀ ਕੌਮੀ ਆਨ ਸ਼ਾਨ ਦੇ ਇਹੋ ਜਿਹੇ ਜਲਾਓ ਪੂਰਨ ਕੋਹੇ ਨੂਰ ਨੂੰ ਬੜੀਆਂ ਸੁਚੇਤ ਨਜ਼ਰਾਂ ਨਾਲ ਬਖੀਲ ਦੋਖੀਆਂ ਦੀ ਹੈਂਕੜ ਤੋਂ ਸਾਂਭਦਾ ਸੰਭਾਲਦਾ ਰਿਹਾ ਸੀ। ਇਹੋ ਜਿਹੇ ਸੁਚੇਤ ਖੈਰ ਖਵਾਹਾਂ ਵਿੱਚ ਮਸਕੀਨ ਜੀ ਦੇ ਨਿਕਟਵਰਤੀਆਂ, ਰਾਗੀਆਂ, ਵਿਚਾਰਕਾਂ, ਸੰਗੀਆਂ ਆਦਿ ਨੂੰ ਵੀ ਸਮਝਿਆ ਜਾ ਸਕਦਾ ਹੈ। ਪਰ ਖੋਟੇ ਢਬੂਆਂ ਨੇ ਇਹ ਹੀਰਾ ਸਾਡੀ ਹਾਜ਼ਰੀ ਹਜ਼ੂਰੀ ਚੋਂ ਲਾਂਭੇ ਕਰਵਾਉਣ ਦਾ ਫਰੇਬ ਜ਼ਰੂਰ ਕੀਤਾ। ਉਘਰ ਗਿਆ ਜੈਸਾ ਖੋਟਾ ਢਬੂਆ, ਨਦਰ ਸਰਾਫਾਂ ਆਇਆ। ਗਿਆਨੀ ਸੰਤ ਸਿੰਘ ਜੀ ਮਸਕੀਨ ਮੇਰੀ ਸੁਰਤੀ ਬਿਰਤੀ ਵਿੱਚ 1990 ਦੇ ਨੇੜੇ ਉਦੋਂ ਆਏ ਜਦੋਂ ਟੀਵੀ ਵਾਲਿਆਂ ਨੇ ਸਿੱਖ ਸਮਾਜ ਦੇ ਧਾਰਮਿਕ ਕੀਰਤਨ ਵਖਿਆਨ ਸੰਬੰਧੀ ਪ੍ਰੋਗਰਾਮਾਂ ਨੂੰ ਅਪਣਾਉਣਾ ਸ਼ੁਰੂ ਕਰ ਲਿਆ, ਖਾਸ ਕਰਕੇ ETC ਚੈਨਲ ਵੱਲੋਂ।
ਲਗਭਗ ਹਰ ਉਸ ਪ੍ਰੋਗਰਾਮ ਨੂੰ ਮੈਂ ਵੇਖਣ ਪਰਖਣ ਲੱਗ ਪਿਆ ਜਿਸ ਵਿੱਚ ਮਸਕੀਨ ਜੀ ਵੱਲੋਂ ਕੀਤੀ ਗਈ ਵਿਚਾਰ ਚਰਚਾ ਗੁਰਸ਼ਬਦ ਵਿਚਾਰ ਵਿਖਾਈ ਜਾਂਦੀ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੰਜੀ ਸਾਹਿਬ ਵਿਖੇ ਮੁੱਖ ਵਾਕ ਦੀ ਕਥਾ ਵਿਆਖਿਆ ਲੜੀ ਤਾਂ ਮੈਂ ਲਗਾਤਾਰ ਵੇਖਦਾ ਸੁਣਦਾ ਰਹਿੰਦਾ। ਫਿਰ ਅਚਾਨਕ ਐਸਾ ਮੌਕਾ ਆਣ ਪੁੱਜਾ ਜਦ ਮਸਕੀਨ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਹੀ ਨਹੀਂ ਕੀਤਾ, ਸਗੋਂ ਮਸਕੀਨ ਜੀ ਦੀ ਗੁਰਬਾਣੀ ਵਿਚਾਰ ਚਰਚਾ ਦੀ ਵਿਧੀ ਨੂੰ ਵੀ ਅਤਿਅੰਤ ਸਰਾਹਿਆ ਗਿਆ। ਇਸ ਸਮੇਂ ਸਟੇਜ ਮੇਰੇ ਅਤੇ ਡਾਕਟਰ ਜਸਬੀਰ ਕੌਰ ਜੀ ਦੇ ਸਪੁਰਦ ਸੀ। ਐਤਵਾਰ ਹੋਣ ਕਾਰਨ ਯੂਨੀਵਰਸਿਟੀ ਵੱਲੋਂ ਛਪੀਆਂ ਪੁਸਤਕਾਂ ਜੋ ਮਸਕੀਨ ਜੀ ਨੂੰ ਭੇਟ ਕਰਦੀਆਂ ਸਨ, ਦਫ਼ਤਰ ਵਿੱਚ ਤਾਲੇ ਹੇਠ ਬੰਦ ਸਨ। ਮੈਂ ਖੁਦ ਆਪਣੇ ਵੱਲੋਂ ਛਾਪੀਆਂ ਪੁਸਤਕਾਂ ਸਨਮਾਨ ਸਮੱਗਰੀ ਵਿੱਚ ਸ਼ਾਮਲ ਕਰ ਲਈਆਂ। ਦੀਵਾਨ ਦੌਰਾਨ ਸ਼ਬਦ ਵਿਚਾਰ ਤੋਂ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ, ਜਿਸ ਗੁਰਦੁਆਰੇ ਦੀ ਉਸਾਰੀ ਵਿੱਚ ਡਾਕਟਰ ਤਾਰਨ ਸਿੰਘ ਦੇ ਸਹਿਯੋਗੀਆਂ ਦੀ ਸੇਵਾ ਅਤੇ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਬੈਂਕਾਕ ਆਦਿ ਦੇ ਗੁਰਸਿੱਖਾਂ ਵੱਲੋਂ ਮਾਇਆ ਦੀ ਸੇਵਾ ਵਜੋਂ ਬਹੁਤ ਵੱਡਾ ਯੋਗਦਾਨ ਨਿਸ਼ਕਾਮ ਰੂਪ ਵਿੱਚ ਪਾਇਆ ਹੋਇਆ ਹੈ, ਉਸ ਗੁਰਦੁਆਰੇ ਦੀ ਦੀਵਾਰ ਨਾਲ ਢਾਸਣਾ ਲਾਈ ਮਸਕੀਨ ਸਾਹਿਬ ਉਪਰੋਕਤ ਮੇਰੀਆਂ ਪੁਸਤਕਾਂ ਦੀਆਂ ਭੂਮਿਕਾਵਾਂ ਵਾਚਦੇ ਪਰਖਦੇ ਰਹੇ। ਇਸ ਦੌਰਾਨ ਕੋਲ ਬੈਠੀ ਡਾਕਟਰ ਜਸਬੀਰ ਕੌਰ ਜੀ ਨੂੰ ਮਸਕੀਨ ਸਾਹਿਬ ਕਹਿੰਦੇ, ਡਾਕਟਰ ਜਸਬੀਰ ਕੌਰ, ਇੰਨੀਆਂ ਵੱਡੀਆਂ ਪੁਸਤਕਾਂ ਨੂੰ ਤਿਆਰ ਕਰਨ ਲਈ ਜੇਕਰ 30 ਵਰ੍ਹੇ ਲੱਗੇ ਹੋਣ ਤਾਂ ਉਹਨਾਂ ਨੂੰ ਪੜ੍ਹ ਸਮਝਣ ਲਈ ਵੀ ਮੈਨੂੰ ਪੂਰੀ ਵਿਹਲ ਚਾਹੀਦੀ ਹੈ, ਜੋ ਮੈਂ ਜ਼ਰੂਰ ਕੱਢਾਂਗਾ। ਗਿਆਨੀ ਸੰਤ ਸਿੰਘ ਜੀ ਮਸਕੀਨ ਪੰਥਕ ਹਲਕਿਆਂ ਵਿੱਚ ਤਾਂ ਜਾਣੇ ਸਤਿਕਾਰੇ ਜਾਂਦੇ ਰਹਿਣਗੇ, ਆਪ ਜੀ ਦੀ ਸ਼ਖਸੀਅਤ ਸਿੱਖ ਸਮਾਜ ਤੋਂ ਬਾਹਰਲੇ ਗੈਰ ਸਿੱਖ ਹਲਕਿਆਂ ਵਿੱਚ ਵੀ ਸਨਮਾਨੀ ਜਾਂਦੀ ਰਹੀ ਹੈ। ਗੁਰੂ ਘਰ, ਗੁਰਬਾਣੀ, ਗੁਰ ਆਸ਼ੇ ਅਤੇ ਸ਼ਬਦ ਸੁਰਤ ਲਿਵ ਪ੍ਰਤੀ ਅੰਤਰੀਵੀ ਅਤੇ ਜਮਾਂਦਰੂ ਉਨਸ ਤੇ ਅਨੁਭਵੀ ਚਿਣਗ ਦੇ ਰੰਗ ਵਿੱਚ ਰੰਗੀਜੇ ਹੋਏ ਮਸਕੀਨ ਜੀ ਨੂੰ ਪੰਥਕ ਸਫਾਵਾਂ ਨੇ ਸਹਿਜੇ ਹੀ ਪ੍ਰਵਾਨ ਕਰ ਲਿਆ ਹੋਇਆ ਸੀ। ਆਪੋ ਆਪਣੇ ਧਰਮ ਚਿੰਤਨਾਂ ਨੂੰ ਮਾਣ ਰਹੇ ਹੋਰ ਜਗਿਆਸੂ ਵੀ ਮਸਕੀਨ ਜੀ ਦੀ ਸ਼ਖਸੀਅਤ ਦੀ ਘਾਲ ਕਮਾਈ ਨੂੰ ਬੜੀ ਨੀਝ ਨਾਲ ਝਾਕ ਵਾਚ ਰਹੇ ਸਨ, ਆਪਣੇ ਦੂਰ ਨੇੜਲੇ ਸੰਪਰਕ ਦੇ ਰਾਹੀਂ। ਜਦ ਉਹ ਦੂਰ ਤੋਂ ਟੀਵੀ ਆਦਿ ਰਾਹੀਂ ਮੁਖਾਤਬ ਹੁੰਦੇ ਹੋਇਆਂ ਹੀ ਗੁਰਸ਼ਬਦ ਵਿਚਾਰ ਦੀ ਠਰੰਮੇ ਭਰਪੂਰ ਚਿੰਤਨ ਪੂੰਜੀ ਸਰੋਤਿਆਂ ਦਰਸ਼ਕਾਂ ਤੀਕ ਪਹੁੰਚਾ ਰਹੇ ਹੁੰਦੇ ਤਾਂ ਸੰਸਕ੍ਰਿਤ ਫਾਰਸੀ ਦੇ ਮਾਹਰ ਆਪ ਦੀ ਜ਼ਬਾਨ ਦਾਨੀ ਉੱਪਰ ਮੋਹਿਤ ਹੋਣੋਂ ਨਹੀਂ ਸਨ ਰਹਿ ਸਕਦੇ। ਉਹ ਕਦੀ ਵੀ ਡੋਲਦੇ ਜਾਂ ਐਸ਼ ਤੈਸ਼ ਕ੍ਰੋਧ ਵਿੱਚ ਨਹੀਂ ਸਨ ਆਉਂਦੇ। ਇਸ ਤਰ੍ਹਾਂ ਗਿਆਨੀ ਜੀ ਵਿਗਿਆਨਕ ਯੁੱਗ ਦੇ ਪੁਲਾੜੀ ਮਨੁੱਖ ਦੀ ਪ੍ਰਾਪਤੀ ਤੋਂ ਸਜਗ ਅਤੇ ਬਾਖਬਰ ਸਨ, ਭਾਵੇਂ ਕਿ ਪੁਲਾੜੀ ਮਨੁੱਖ ਨੂੰ ਗਿਆਨੀ ਜੀ ਵਰਗੇ ਅਨੁਭਵੀ ਜਗਤ ਦੇ ਮੁਸਾਫਰ ਦਾ ਕੋਈ ਅਤਾ ਪਤਾ ਨਹੀਂ ਹੈ। ਗਿਆਨੀ ਜੀ ਦਾ ਕਹਿਆ ਕਹਾਇਆ ਸਿਰਫ ਲਿਖੇ ਲਿਖਾਏ ਜਾਂ ਪੜ੍ਹੇ ਪੜ੍ਹਾਏ ਹੋਣ ਕਰਕੇ ਹੀ ਨਹੀਂ ਸੀ ਸਾਹਮਣੇ ਪ੍ਰਗਟ ਹੋਇਆ। ਉਹਨਾਂ ਦੀ ਅਨੁਭਵੀ ਕਮਾਈ ਦੀ ਪੂੰਜੀ ਵਿੱਚ ਉਹਨਾਂ ਨੇ ਮੰਜ਼ਲਾਂ ਨਿਸ਼ਚੇ ਹੀ ਮਾਰੀਆਂ ਸਨ। ਜਿਨ੍ਹਾਂ ਮੰਜ਼ਲਾਂ ਮਰਾਤਬਿਆਂ ਦਾ ਸਿੱਧਾ ਅਸਿੱਧਾ ਜ਼ਿਕਰ ਆਮ ਬਚਨ ਬਲਾਸਾਂ ਦੌਰਾਨ ਕਰੀਦਾ ਹੈ। ਨਾਮ ਅੰਮ੍ਰਿਤ ਰਸ ਅਤੇ ਸ਼ਬਦ ਸੁਰਤ ਲਿਵ ਦੀਆਂ ਮੰਜ਼ਲਾਂ ਕਿੱਥੋਂ ਤੱਕ ਪਲਾਂਘੀਆਂ, ਇਹ ਰਾਜ ਸਾਫ਼ ਅਤੇ ਇੱਕ ਟੁਕ ਤਾਂ ਨਹੀਂ ਪਰ ਨਿਸ਼ਚੇ ਰੂਪ ਵਿੱਚ ਸਪਸ਼ਟ ਤੇ ਤਕੜੀ ਗਵਾਹੀ ਭਰ ਰਿਹਾ ਹੈ। ਇਹ ਵਿਚਾਰ ਹਨ ਡਾਕਟਰ ਹਿੰਮਤ ਸਿੰਘ ਜੀ ਪਟਿਆਲੇ ਵਾਲੇ ਦੇ। ਇਸ ਤੋਂ ਅੱਗੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਮਹਾਨ ਸਿਆਣੇ ਵਿਦਿਆਰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ ਦੇ ਸਾਬਕਾ ਹੈੱਡ ਪ੍ਰਚਾਰਕ ਵੀਰ ਗਿਆਨੀ ਅਨੂਪ ਸਿੰਘ ਜੀ UK ਵਾਲਿਆਂ ਦੇ ਹਨ। ਉਹ ਲਿਖਦੇ ਹਨ, ਮੇਰੀ ਜ਼ਿੰਦਗੀ ਨਾਲੋਂ ਜ਼ਿਆਦਾ ਸਮਾਂ ਗੁਰਮਤਿ ਦੀ ਵਿਆਖਿਆ ਕਰਨ ਵਾਲੇ ਗਿਆਨੀ ਸੰਤ ਸਿੰਘ ਜੀ ਮਸਕੀਨ ਬਾਰੇ
ਮੇਰਾ ਆਪਣਾ ਨਿੱਜੀ ਅਨੁਭਵ ਇਹ ਹੈ ਕਿ ਉਹਨਾਂ ਦਾ ਮਿਲਾਪੜਾ ਸੁਭਾਅ ਅਤੇ ਛੋਟਿਆਂ ਨੂੰ ਸਤਿਕਾਰ ਦੇਣਾ, ਪਿਆਰ ਨਾਲ ਦੁਲਾਰਨਾ ਅਤੇ ਥਾਪੜੇ ਦੇ ਦੇ ਕੇ ਅੱਗੇ ਤੋਰਨਾ, ਇਹ ਕੁਦਰਤੀ ਬਰਕਤ ਉਹਨਾਂ ਦੇ ਸੁਭਾਅ ਵਿੱਚ ਸੀ। ਦਾਸ ਬਤੌਰ ਹੈੱਡ ਪ੍ਰਚਾਰਕ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰਮਤਿ ਪ੍ਰਚਾਰ ਦੀਆਂ ਸੇਵਾਵਾਂ ਨਿਭਾ ਰਿਹਾ ਸੀ ਤਾਂ ਕਈ ਵਾਰ ਮਸਕੀਨ ਜੀ ਨਾਲ ਮੇਲ ਮਿਲਾਪ ਦਾ ਸਮਾਂ ਬਣਿਆ। ਗੁਰਮਤਿ ਦੀਆਂ ਡੂੰਘੀਆਂ ਵਿਚਾਰਾਂ ਸਾਂਝੀਆਂ ਹੁੰਦੀਆਂ ਰਹਿੰਦੀਆਂ। ਉਹ ਗੁਰਮਤਿ ਦੇ ਅੰਦਰੂਨੀ ਅਨੁਭਵੀ ਵਿਚਾਰਾਂ ਨੂੰ ਬੜੀ ਹੀ ਸੰਖੇਪਤਾ ਅਤੇ ਸੁਖੈਨਤਾ ਨਾਲ ਸਮਝਾ ਕੇ ਸੁੱਤੇ ਸਿੱਧ ਹੀ ਐਸੀ ਕਲਾ ਪ੍ਰਤੀਤ ਕਰਵਾਉਂਦੇ ਕਿ ਸਹਿਜ ਅਵਸਥਾ ਨਾਲ ਗਹਿਰਾ ਨੁਕਤਾ ਸੋਝੀ ਵਿੱਚ ਆ ਜਾਂਦਾ। ਨਿੱਜੀ ਅਨੁਭਵਾਂ ਵਿੱਚੋਂ ਅਨੇਕਾਂ ਹੀ ਉਹਨਾਂ ਦੀਆਂ ਯਾਦਾਂ ਹਨ, ਜਿਨ੍ਹਾਂ ਵਿੱਚੋਂ ਇੱਕ ਯਾਦ ਲਿੰਕਰਸ਼ੇਮ, ਲਾਸ ਏਂਜਲਸ, ਅਮਰੀਕਾ ਵਿਖੇ ਸੁਭਾਵਕ ਮਿਲਾਪ ਸਮੇਂ ਬਣੀ। ਗਿਆਨੀ ਜੀ ਉੱਥੇ ਕੈਨੇਡਾ ਤੋਂ ਆਏ ਸਨ। ਉਹਨਾਂ ਨਾਲ ਉਸ ਸਮੇਂ ਕੈਨੇਡਾ ਵਾਲੇ ਗਿਆਨੀ ਬਲਵਿੰਦਰ ਸਿੰਘ ਜੀ ਝੌਰ ਜੀ ਵੀ ਸਨ। ਮੇਰੀ ਇਹ ਅਮਰੀਕਾ ਦੀ ਪਹਿਲੀ ਫੇਰੀ ਸੀ ਅਤੇ ਮੇਰੀ ਉੱਥੇ ਕੋਈ ਵਾਕਫੀਅਤ ਵੀ ਨਹੀਂ ਸੀ, ਪਰ ਇਹਨਾਂ ਨੇ ਮੇਰੇ ਵਾਸਤੇ ਆਪ ਹੀ 2 ਜਗ੍ਹਾ 'ਤੇ ਫੋਨ ਕਰਕੇ ਕਥਾ ਦੀ ਬੁਕਿੰਗ ਕਰਵਾਈ ਅਤੇ ਉੱਥੇ ਬੈਠਿਆਂ ਹੀ ਮਾਰੂ ਰਾਗ ਅੰਦਰ ਉਚਾਰਨ ਕੀਤੇ ਗੁਰੂ ਨਾਨਕ ਦੇਵ ਜੀ ਦੇ ਇੱਕ ਸ਼ਬਦ ਦੀ ਪੰਕਤੀ, ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉੱਡੈ ਨਹਿ ਹੰਸ ਨਹਿ ਕੰਧ ਛਿਜੈ, ਤੇ ਵਿਚਾਰ ਚਰਚਾ ਕੀਤੀ। ਕੁਝ ਦਲੀਲਾਂ ਨਾਲ ਐਸਾ ਅਰਥ ਸਮਝਾਇਆ ਕਿ ਉਹਨਾਂ ਦਾ ਉਹ ਗਿਆਨ ਅੱਜ ਤੱਕ ਵੀ ਹਿਰਦੇ ਨੂੰ ਟੁੰਬਦਾ ਹੈ। ਹਿਰਦੇ ਦੀ ਬਾਤ ਨੂੰ ਹਿਰਦਾ ਹੀ ਸਮਝ ਸਕਦਾ ਹੈ। ਇਸ ਤੋਂ ਬਾਅਦ ਸਿੱਖ ਪੰਥ ਦੇ ਇੱਕ ਹੋਰ ਮਹਾਨ ਵਿਦਵਾਨ ਕਥਾਵਾਚਕ, ਜਿਨ੍ਹਾਂ ਆਪ ਵੀ ਬਹੁਤ ਸਾਰੀਆਂ ਗੁਰਮਤਿ 'ਤੇ ਪੁਸਤਕਾਂ ਲਿਖੀਆਂ ਹਨ, ਮੇਰੇ ਕਹਿਣ ਤੋਂ ਭਾਵ ਮਾਨਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜਲੰਧਰ ਵਾਲੇ, ਉਹ ਮਸਕੀਨ ਜੀ ਬਾਰੇ ਇਸ ਤਰ੍ਹਾਂ ਲਿਖਦੇ ਹਨ। ਉਹਨਾਂ ਨੂੰ ਵੱਡੇ ਵੱਡੇ ਵਿਦਵਾਨ, ਫਿਲਾਸਫਰ, ਬੁੱਧੀਜੀਵੀ ਵੀ ਸੁਣ ਕੇ ਪ੍ਰਸੰਨ ਹੁੰਦੇ ਸਨ, ਪਰ ਉਹਨਾਂ ਨੂੰ ਸੁਣ ਕੇ ਬਿਲਕੁਲ ਅਨਪੜ੍ਹ ਬੰਦੇ ਵੀ ਗੱਲ ਸਮਝਦੇ ਸਨ ਅਤੇ ਆਨੰਦਿਤ ਹੋ ਕੇ ਜਾਂਦੇ ਸਨ। ਪਿੰਡਾਂ ਵਿੱਚ ਵੀ ਉਹਨਾਂ ਦੇ ਬਹੁਤ ਪ੍ਰੋਗਰਾਮ ਹੁੰਦੇ ਸਨ। ਜਿਨ੍ਹਾਂ ਪਿੰਡਾਂ ਵਿੱਚ ਦੀਵਾਨ ਵੇਲੇ ਕਦੀ ਵੀ ਰੌਲਾ ਬੰਦ ਨਹੀਂ ਸੀ ਹੋਇਆ, ਉਹਨਾਂ ਥਾਵਾਂ 'ਤੇ ਵੀ ਇੰਨੀ ਖਾਮੋਸ਼ੀ ਤੇ ਸ਼ਾਂਤੀ ਹੋ ਜਾਂਦੀ ਜਿਵੇਂ ਕੋਈ ਦੂਜਾ ਹੋਵੇ ਹੀ ਨਾ। ਕਮਾਲ ਦੀ ਗੱਲ ਹੈ ਕਿ ਬਿਲਕੁਲ ਅਨਪੜ੍ਹ ਸਰੋਤੇ ਸਿਰਫ ਸਮਝੇ ਹੀ ਨਾ, ਸਗੋਂ ਉਹਨਾਂ ਨੂੰ ਸੁਣ ਕੇ ਕਈ ਚੰਗੇ ਵਕਤੇ ਬਣ ਗਏ ਤੇ ਸਟੇਜਾਂ 'ਤੇ ਬੋਲਣ ਲੱਗ ਪਏ। ਇਹ ਉਹਨਾਂ ਵਿੱਚ ਦੂਸਰੇ ਨੂੰ ਦ੍ਰਿੜ ਕਰਾਉਣ ਅਤੇ ਸਮਝਾਉਣ ਦੀ ਸ਼ਕਤੀ ਸੀ। ਸਰੋਤੇ ਨੂੰ ਸਮਝਾਉਣ ਤੋਂ ਪਹਿਲਾਂ ਸਿਆਣਾ ਵਕਤਾ ਆਪ ਸਰੋਤੇ ਨੂੰ ਦੀ ਸਮਝ ਨੂੰ ਸਮਝਦਾ ਹੈ। ਉਹਨਾਂ ਨੂੰ ਸਰੋਤੇ ਨੂੰ ਸਮਝਾਉਣਾ ਆਉਂਦਾ ਸੀ। ਉਹਨਾਂ ਨੂੰ ਉਸਾਰੀਆਂ ਕਰਨ ਦਾ ਵੀ ਬਹੁਤ ਸ਼ੌਕ ਸੀ। ਮੱਧ ਪ੍ਰਦੇਸ਼ ਭਾਰਤ ਵਿੱਚ ਓਅੰਕਾਰੇਸ਼ਵਰ, ਜੋ ਇੰਦੌਰ ਦੇ ਨਜ਼ਦੀਕ ਹੀ ਇਤਿਹਾਸਕ ਅਸਥਾਨ ਹੈ, ਉੱਥੇ ਗੁਰੂ ਨਾਨਕ ਦੇਵ ਜੀ ਨੇ ਰਾਮ ਕਲੀ ਦੱਖਣੀ ਅੰਦਰ ਓਅੰਕਾਰ ਬਾਣੀ ਉਚਾਰਨ ਕੀਤੀ ਸੀ। ਇੱਥੇ ਹੀ ਆ ਕੇ ਮਸਕੀਨ ਜੀ ਨੇ ਸੰਕਲਪ ਕੀਤਾ ਕਿ ਇੱਥੇ ਗੁਰਦੁਆਰਾ ਬਣਨਾ ਚਾਹੀਦਾ ਹੈ। ਉਹ ਸੰਕਲਪ ਸਤਿਗੁਰ ਜੀ ਦੀ ਮਿਹਰ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਿਆ। ਉੱਥੇ ਹਰ ਸਾਲ ਮਸਕੀਨ ਜੀ ਗੁਰਮਤਿ ਸਮਾਗਮ ਕਰਦੇ ਤੇ ਦੂਰੋਂ ਦੂਰੋਂ ਸੰਗਤਾਂ ਪੁੱਜਦੀਆਂ। ਇੰਦੌਰ ਵਿੱਚ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ ਵਿਖੇ 3 ਦਿਨਾਂ ਦੀ ਕਥਾ ਦੀ ਸਾਰੀ ਮਾਇਆ ਆਪ ਜੀ ਗੁਰਦੁਆਰਾ ਓਅੰਕਾਰੇਸ਼ਵਰ ਵਿਖੇ ਗੁਰਮਤਿ ਸਮਾਗਮ ਦੌਰਾਨ ਰਾਗੀ ਪ੍ਰਚਾਰਕਾਂ ਵਿੱਚ ਵੰਡਦੇ ਰਹੇ। ਚੰਗੇ ਚੰਗੇ ਪ੍ਰਚਾਰਕ ਕੌਮ ਨੂੰ ਦੇਣੇ, ਇਹ ਉਹਨਾਂ ਦੀ ਮਹਾਨ ਦੇਣ ਹੈ। ਉਹ ਪ੍ਰਚਾਰਕਾਂ ਵਾਸਤੇ ਇੱਕ ਮਾਰਗ ਬਣਾ ਗਏ। ਇੱਕ ਨਮੂਨੇ ਦਾ ਜੀਵਨ ਜੀ ਕੇ ਉਹਨਾਂ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਸਿੱਖ ਪ੍ਰਚਾਰਕ ਐਸਾ ਹੋਣਾ ਚਾਹੀਦਾ ਹੈ।
ਇਹ ਵੀ ਕਹਾਂਗਾ ਕਿ ਗੁਣ ਉਹਨਾਂ ਵਿੱਚ ਸਾਰੇ ਹੀ ਸਨ ਅਤੇ ਅਵਗੁਣ ਉਹਨਾਂ ਵਿੱਚ ਕਦੀ ਵੇਖਣ ਨੂੰ ਨਹੀਂ ਮਿਲਿਆ। ਇਸ ਤੋਂ ਅੱਗੇ ਟੋਰਾਂਟੋ ਕੈਨੇਡਾ ਨਿਵਾਸੀ ਸਰਦਾਰ ਪੂਰਨ ਸਿੰਘ ਪਾਂਧੀ ਜੀ ਦਾ ਲੇਖ ਹੈ, ਜੋ ਮਸਕੀਨ ਬਾਰੇ ਉਹ ਕੁਝ ਗੱਲਾਂ ਇਸ ਤਰ੍ਹਾਂ ਲਿਖਦੇ ਹਨ। ਸੁਲਝੇ ਵਿਦਵਾਨਾਂ ਵਾਲੀ ਠੁਕਦਾਰ ਭਾਸ਼ਾ, ਢੁਕਵਾਂ ਉਚਾਰਨ ਤੇ ਕਾਵਕ ਸ਼ਬਦਾਵਲੀ ਵਿੱਚ ਅਣਿਆਲੇ ਤੀਰਾਂ ਵਰਗੀ ਤੀਖਣਤਾ ਹੁੰਦੀ। ਪੇਸ਼ਕਾਰੀ ਵਿੱਚ ਅੰਤਾਂ ਦਾ ਵੇਗ, ਮਿਠਾਸ ਤੇ ਵਹਾਅ ਹੁੰਦਾ। ਵਿਚਾਰਾਂ ਦੀ ਕੁਠਾਲੀ ਵਿੱਚ ਢਲੇ ਹੋਏ ਹਰ ਅੱਖਰ, ਹਰ ਸ਼ਬਦ ਤੇ ਹਰ ਵਾਕ ਦੀ ਤੋਰ ਬਦਲ ਜਾਂਦੀ ਤੇ ਪ੍ਰਭਾਵ ਤੀਬਰ ਹੋ ਜਾਂਦਾ। ਸੋਧੇ, ਸ਼ਿੰਗਾਰੇ ਤੇ ਤਰਾਸ਼ੇ ਹੋਏ ਹੀਰੇ ਵਾਂਗ ਸ਼ਬਦ ਤੇ ਵਾਕ ਚਾਂਦੀ ਦੀ ਤਸਤਰੀ ਵਿੱਚ ਸੋਨੇ ਦੇ ਜੇਵਰਾਂ ਵਾਂਗ ਪਰੋਸ ਕੇ ਸਰੋਤਿਆਂ ਅੱਗੇ ਪੇਸ਼ ਕਰਨ ਦੇ ਉਸਤਾਦ ਸਨ ਮਸਕੀਨ ਜੀ। ਇਹੋ ਪੇਸ਼ਕਾਰੀ ਮਸਕੀਨ ਜੀ ਨੂੰ ਹੋਰ ਵਿਦਵਾਨਾਂ ਨਾਲੋਂ ਵੱਖਰਿਆਉਂਦੀ ਤੇ ਮਹਾਨ ਬਣਾਉਂਦੀ ਸੀ। ਇਸ ਤੋਂ ਅੱਗੇ ਡਾਕਟਰ ਜਤਿੰਦਰਪਾਲ ਸਿੰਘ ਜੌਲੀ ਅੰਮ੍ਰਿਤਸਰ ਵਾਲੇ, ਉਹ ਮਸਕੀਨ ਜੀ ਬਾਰੇ ਇਸ ਤਰ੍ਹਾਂ ਲਿਖਦੇ ਨੇ। ਅੰਮ੍ਰਿਤਸਰ ਕਿਆਮ ਦੇ ਦੌਰਾਨ ਉਹਨਾਂ ਦੀ ਕੋਈ ਦੁਪਹਿਰ ਜਾਂ ਸ਼ਾਮ ਘੱਟ ਹੀ ਖਾਲੀ ਹੁੰਦੀ। ਉਹ ਕਿਧਰੇ ਦੂਰ ਨੇੜੇ ਲੈਕਚਰ ਦੇਣ ਜਾਂਦੇ, ਕਈ ਵਾਰ ਅੱਧੀ ਰਾਤ ਨੂੰ ਮੁੜਦੇ। ਸਵੇਰੇ ਅੰਮ੍ਰਿਤ ਵੇਲੇ ਜਾਗਦੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਦੇ, ਪਾਲਕੀ ਸਾਹਿਬ ਦੇ ਨਾਲ ਜਾ ਕੇ ਹੁਕਮਨਾਮਾ ਸੁਣਦੇ, ਫਿਰ ਆਪਣੇ ਕਮਰੇ ਵਿੱਚ ਆ ਕੇ ਨਿਤਨੇਮ ਕਰਦੇ, ਹੁਕਮਨਾਮੇ ਦੀ ਸਟੀਕ ਵਾਚਦੇ ਤੇ ਪੂਰੇ 8 ਵਜੇ ਮੰਜੀ ਸਾਹਿਬ ਦੀਵਾਨ ਹਾਲ ਨੂੰ ਤੁਰ ਪੈਂਦੇ। ਆਪਣੇ ਕਮਰੇ ਤੋਂ ਦੀਵਾਨ ਅਸਥਾਨ ਤੱਕ ਆਉਂਦਿਆਂ ਹੀ ਫਤਿਹ ਬੁਲਾਉਣ, ਅਸੀਸਾਂ ਲੈਣ ਤੇ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ। ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਉੱਥੇ ਆਪਣੇ ਤੋਂ ਬਾਅਦ ਸਾਡੇ ਵਰਗੇ ਨਵੇਂ ਬੁਲਾਰਿਆਂ ਅਤੇ ਗੁਰੂ ਜਸ ਗਾਇਨ ਕਰਨ ਵਾਲੇ ਕਵੀਆਂ ਨੂੰ ਵੀ ਜ਼ਰੂਰ ਸੰਗਤਾਂ ਦੇ ਸਨਮੁਖ ਕਰਨ। ਇਸ ਤੋਂ ਬਾਅਦ ਪ੍ਰੋਫੈਸਰ ਨਵ ਸੰਗੀਤ ਸਿੰਘ ਜੀ, ਜੋ ਮਸਕੀਨ ਜੀ ਬਾਰੇ ਲਿਖਦੇ ਹਨ। ਗਿਆਨੀ ਜੀ ਇੱਕ ਨਿਰਭਉ ਤੇ ਨਿਰਵੈਰ ਵਿਅਕਤੀ ਸਨ। ਗੁਰਬਾਣੀ ਵਿੱਚ ਅਟੁੱਟ ਆਸਥਾ ਰੱਖਦਿਆਂ ਉਹ ਆਪਣੀਆਂ ਨਿਰਪੱਖ ਟਿੱਪਣੀਆਂ ਕਰਕੇ ਲੋਕਾਂ ਵਿੱਚ ਹਮੇਸ਼ਾ ਚਰਚਿਤ ਰਹੇ। ਉਹਨਾਂ ਨੂੰ ਇਸ ਗੱਲੋਂ ਸਖਤ ਚਿੜ ਸੀ ਕਿ ਲੋਕੀ ਗੁਰਦੁਆਰੇ ਤਾਂ ਆਉਂਦੇ ਹਨ, ਪਰ ਕੀਰਤਨ ਸੁਣਨ ਦੀ ਬਜਾਏ ਆਪ ਗੁਟਕਾ ਲੈ ਕੇ ਪਾਠ ਕਰਨ ਬਹਿ ਜਾਂਦੇ ਹਨ। ਇਸੇ ਤਰ੍ਹਾਂ ਉਹ ਵਿਖਾਵੇ ਦੀ ਦੁਨੀਆ ਵਿੱਚ ਵਿਚਰ ਰਹੇ ਅਖੌਤੀ ਪੰਥਕ ਆਗੂਆਂ ਤੇ ਵੀ ਵਿਅੰਗ ਕਰਦੇ ਰਹਿੰਦੇ ਸਨ, ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਮਦਨੀ ਦਾ ਜ਼ਰੀਆ ਬਣਾਇਆ ਹੋਇਆ ਹੈ। ਇਸ ਤੋਂ ਬਾਅਦ ਸਰਦਾਰ ਨਰਵੈਰ ਸਿੰਘ ਜੀ ਅਰਸ਼ੀ ਜੀ ਮਸਕੀਨ ਜੀ ਬਾਰੇ ਜੋ ਲਿਖਦੇ ਨੇ। ਗਿਆਨੀ ਮਸਕੀਨ ਜੀ ਐਸੇ ਮਨੁੱਖਾਂ ਵਿੱਚ ਆਉਂਦੇ ਹਨ ਜੋ ਹਰ ਪੱਖ ਤੋਂ ਸੰਪੂਰਨ ਤੇ ਸਮਰੱਥ ਸਨ। ਜਿਸ ਨੇ ਵੀ ਆਪ ਜੀ ਦੇ ਵਿਚਾਰ ਸਰਵਣ ਕੀਤੇ, ਕੋਈ ਲਿਖਤ ਪੜ੍ਹੀ ਜਾਂ ਸਿੱਧਾ ਸੰਪਰਕ ਵਿੱਚ ਆਇਆ, ਉਹਨਾਂ ਦੀ ਚੁੰਬਕੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਗੈਰ ਨਾ ਰਹਿ ਸਕਿਆ। ਉਸ ਦੀ ਜੀਵਨ ਧਾਰਾ ਹੀ ਬਦਲ ਗਈ। ਬਾਕੀ ਵਿਚਾਰ ਵੱਖ-ਵੱਖ ਇਹਨਾਂ ਮਹਾਨ ਡਾਕਟਰਾਂ, ਪ੍ਰੋਫੈਸਰਾਂ, ਬੁੱਧੀਜੀਵੀਆਂ ਤੇ ਗੁਰਮੁਖ ਜੀਵੜਿਆਂ ਦੇ ਅੰਤਕਾ ਦੇ ਦੂਸਰੇ ਭਾਗ ਵਿੱਚ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।